ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਨੌਵਾਂ। ਹਰਿ ਜੂ ਰਾਖ ਲੇਹੁ ਪਤ ਮੇਰੀ, ਜਮ ਕੋ ਤਰਾਸ ਪਇਓ ਉਰੇ ਅੰਤਰ। ਸ਼ਰਨ ਗਹੀ ਕਿਰਪਾ ਨਿਧ ਤੇਰੀ, ਹਰਿ ਜੂ ਰਾਖ ਲੇਹੁ ਪਤ ਮੇਰੀ, ਜਮ ਕੋ ਤਰਾਸ ਪਇਓ ਉਰੇ ਅੰਤਰ। ਸ਼ਰਨ ਗਹੀ ਕਿਰਪਾ ਨਿਧ ਤੇਰੀ। ਰਹਾਉ ਮਹਾਪਤਿਤ ਮੁਗਧ ਲੋਭੀ ਫੁਨ, ਕਰਤ ਪਾਪ ਅਬਹਾਰਾ। ਭੈ ਮਰਬੇ ਕੋ ਬਿਸਰਤ ਨਾਹਿਨ, ਤੇਹ ਚਿੰਤਾ ਤਨ ਜਾਰਾ। ਕੀਏ ਉਪਾਵ ਮੁਕਤ ਕੇ ਕਾਰਨ, ਦਹ ਦੇਸ਼ ਕਉ ਉਠ ਧਾਇਆ। ਘਟ ਹੀ ਭੀਤਰ ਬਸੈ ਨਿਰੰਜਨ, ਤਾਕੋ ਮਰਮੋ ਨਾ ਪਾਇਆ। ਨਾਹਿਨ ਗੁਣ ਨਾਹਿਨ ਕਾਸ਼ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸ਼ਰਨਾਗਤ, ਅਭੈ ਦਾਨ ਪ੍ਰਭ ਦੀਜੈ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸ਼ਰਨਾਗਤ, ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਅਤੇ ਸਤਿਗੁਰੂ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਜੈਤਸਰੀ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 703 ਉੱਪਰ ਸੁਭਾਇਮਾਨ ਹੈ, ਪਾਠ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਜੈਤਸਰੀ ਰਾਗ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੁੱਲ 3 ਸ਼ਬਦ ਦਰਜ ਹਨ। ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਬੜੀ ਨਿਮਰਤਾ ਸਹਿਤ ਉਸ ਅਕਾਲ ਪੁਰਖ ਪਰਮੇਸ਼ਰ ਪਾਸ ਬੇਨਤੀ ਅਤੇ ਅਰਦਾਸ ਕਰਦੇ ਹਨ। ਅਰਦਾਸ ਦਾ ਵਿਸ਼ਾ ਹੈ, ਬੇਨਤੀ ਦਾ ਵਿਸ਼ਾ ਹੈ, ਹੇ ਹਰੀ ਪਰਮੇਸ਼ਰ ਅਕਾਲ ਪੁਰਖ ਜੀਓ, ਕਿਰਪਾ ਕਰੋ, ਮੇਰੀ ਇੱਜ਼ਤ ਦੇ ਰਾਖੇ ਬਣੋ, ਮੇਰੀ ਇੱਜ਼ਤ ਬਚਾਓ। ਖਿਆਲ ਵਿੱਚ ਰਹੇ, ਅਸੀਂ ਆਮ ਸਮਾਜਿਕ ਸਧਾਰਨ ਤੌਰ ਦੇ ਉੱਤੇ ਜਿਹੜਾ ਜੀਵਨ ਅਸੀਂ ਸਮਾਜ ਵਿੱਚ ਬਤੀਤ ਕਰਦੇ ਹਾਂ, ਜਿਉਂਦੇ ਹਾਂ, ਉਸ ਵਿੱਚ ਸਾਡੇ ਇੱਜ਼ਤ ਅਤੇ ਸਾਡੀ ਬੇਇੱਜ਼ਤੀ ਦੇ ਆਪਣੇ ਅਰਥ ਹਨ। ਦਰਅਸਲ ਆਪਣੀ ਹੋਂਦ ਨੂੰ ਅਸੀਂ ਸਾਹਮਣੇ ਰੱਖ ਕੇ ਜਿਹੜਾ ਜੀਵਨ ਬਤੀਤ ਕਰਦੇ ਹਾਂ, ਉਸ ਵਿੱਚ ਸਾਨੂੰ ਬਾਰ-ਬਾਰ ਜਿਹੜੀ ਚੀਜ਼ ਸਾਡੀ ਹਉਮੈ ਨੂੰ ਵਧਾਉਣ ਵਾਲੀ ਹੋਵੇ, ਸਾਨੂੰ ਲੱਗਦਾ ਹੈ ਕਿ ਇਹ ਸਾਡੀ ਇੱਜ਼ਤ ਹੈ, ਸਾਡਾ ਮਾਣ ਹੈ। ਜਿਹੜੀ ਚੀਜ਼ ਸਾਡੀ ਹਉਮੈ ਨੂੰ ਸੱਟ ਮਾਰਦੀ ਹੋਵੇ, ਸਾਨੂੰ ਲੱਗਦਾ ਹੈ ਵੀ ਇੱਥੇ ਸਾਡੀ ਸ਼ਾਨ ਦੇ ਵਿਰੁੱਧ ਹੋਇਆ ਹੈ, ਸਾਡੀ ਬੇਇੱਜ਼ਤੀ ਹੋਈ ਹੈ, ਸਾਡਾ ਅਦਬ ਨਹੀਂ ਕੀਤਾ ਗਿਆ, ਸਾਡੀ ਰਿਸਪੈਕਟ ਨਹੀਂ ਹੋਈ।
ਵੈਸੇ ਵੀ ਆਮ ਸਧਾਰਨ ਸਮਾਜ ਦੇ ਵਿੱਚ ਅਸੀਂ ਆਪਣੇ ਜੀਵਨ ਜਿਉਣ ਦੇ, ਆਦਰ ਕਰਨ ਦੇ, ਸਤਿਕਾਰ ਕਰਨ ਦੇ ਆਪਣੇ ਤੌਰ ਤਰੀਕੇ ਮਿੱਥੇ ਹੋਏ ਹਨ। ਪਰ ਕਈ ਵਾਰ ਮਨੁੱਖ ਆਪਣੀ ਹਉਮੈ ਦੇ ਤਲ ਉੱਤੇ ਆਪਣੇ ਅਹੰਕਾਰ ਨੂੰ ਬਣਾਈ ਰੱਖਣ ਵਾਸਤੇ ਅਜਿਹੀਆਂ ਚੀਜ਼ਾਂ ਦੀ ਆਪਣੇ ਮਨ ਦੇ ਅੰਦਰ ਵੀ ਕਲਪਨਾ ਕਰਦਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਹੋਵੇ ਤੇ ਇੱਜ਼ਤ ਹੈ, ਇਸ ਤਰ੍ਹਾਂ ਹੋਵੇ ਤੇ ਬੇਇੱਜ਼ਤੀ ਹੈ। ਮਨੁੱਖ ਨੇ ਆਪਣੇ ਵੀ ਕੁਝ ਰੂਲ, ਕੁਝ ਨਿਯਮ ਆਪਣੇ ਜੀਵਨ ਦੇ ਬਣਾ ਰੱਖੇ ਹੁੰਦੇ ਹਨ। ਜ਼ਰਾ ਕੁ ਸੋਚੀਏ ਕਿ ਗੁਰੂ ਤੇਗ ਬਹਾਦਰ ਮਹਾਰਾਜ ਵਰਗੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਮੁਬਾਰਕ ਬਚਨਾਂ ਵਿੱਚ ਥਾਂ ਪੁਰ ਥਾਂ ਕਿਹਾ ਹੈ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਕੇ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਐਸੇ ਮਹਾਨ ਸਤਿਗੁਰੂ ਮਹਾਰਾਜ ਜਿਹੜੇ ਆਪ ਹਉਮੈ ਤੋਂ ਰਹਿਤ ਜੀਵਨ ਬਤੀਤ ਕਰਦੇ ਹਨ, ਜਿਹੜੇ ਉਸਤਤ, ਫੋਕੀ, ਨਿੰਦਾ ਇਤਿਆਦਿਕ ਇਹਨਾਂ ਸਭਨਾਂ ਚੀਜ਼ਾਂ ਤੋਂ ਬਹੁਤ ਉੱਚੀ ਮਨੋ ਅਵਸਥਾ ਦੇ ਧਾਰਨੀ ਹਨ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਿਹੜੀ ਪੱਤ, ਕਿਹੜੀ ਇੱਜ਼ਤ ਦੀ ਗੱਲ ਆਪਣੇ ਮੁਬਾਰਕ ਬਚਨ ਵਿੱਚ ਕਹਿ ਰਹੇ ਹਨ। ਸਤਿਗੁਰੂ ਨੇ ਇਸੇ ਹੀ ਮੁਬਾਰਕ ਬੰਦ ਅੰਦਰ ਇਸ ਨੂੰ ਹੋਰ ਸੁਚੱਜੇ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਪਹਿਲਾਂ ਇਸ ਖਿਆਲ ਨੂੰ ਸਮਝ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜੀ ਇਹ ਬੇਨਤੀ ਕੀਤੀ ਗਈ ਹੈ, ਇਸੇ ਭਾਵ ਦਾ ਹੀ ਇੱਕ ਸ਼ਬਦ ਜਿਹੜਾ ਅਸੀਂ ਗੁਰੂ ਪਾਤਸ਼ਾਹ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਜਿੱਥੇ ਸਤਿਗੁਰੂ ਆਖਦੇ ਨੇ ਦੇਵ ਗੰਧਾਰੀ ਰਾਗ ਵਿੱਚ, ਮਹਾਰਾਜ ਕਹਿੰਦੇ ਨੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਨੇਕ ਅਮਲ ਕਮਾਉਂਦਿਆਂ ਅਤੇ ਸੁਚੱਜੇ ਰਾਹ 'ਤੇ ਚੱਲਦਿਆਂ ਹੋਇਆਂ ਕੋਈ ਤੁਹਾਨੂੰ ਭਲਾ ਆਖਦਾ ਹੈ ਤਾਂ ਇਸ ਵਿੱਚ ਆਪਣੇ ਹੰਕਾਰ ਨੂੰ ਵਧਾਉਣ ਵਾਲੀ ਕੋਈ ਗੱਲ ਨਹੀਂ ਕਿ ਮੇਰੀ ਖੂਬੀ ਹੈ। ਧਰਮੀ ਮਨੁੱਖ ਇੰਨਾ ਸਮਰਪਣ ਭਾਵ ਵਾਲਾ ਹੁੰਦਾ ਹੈ ਕਿ ਉਹ ਇਹ ਮੰਨ ਕੇ ਚੱਲਦਾ ਹੈ ਵੀ ਇਹ ਮੇਰਾ ਕਰਕੇ ਨਹੀਂ, ਉਸ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਕਰਕੇ ਮੇਰੀ ਵਡਿਆਈ ਹੋ ਰਹੀ ਹੈ, ਇਸ ਕਰਕੇ ਮੈਨੂੰ ਇਹਨਾਂ ਚੀਜ਼ਾਂ ਦੇ ਗਰੂਰ ਵਿੱਚ ਪੈ ਕੇ, ਹੰਕਾਰ ਵਿੱਚ ਪੈ ਕੇ ਆਪਣੇ ਮਨ ਨੂੰ ਪਲੀਤ ਨਹੀਂ ਕਰਨਾ ਚਾਹੀਦਾ। ਜੇ ਐਸੇ ਰਾਹ 'ਤੇ ਚੱਲਦੇ ਹਾਂ ਉਸ ਦੀ ਨਿੰਦਾ ਹੋ ਜਾਏ, ਕੋਈ ਮਾੜਾ ਕਹਿਦਾ ਹੈ, ਕੋਈ ਬੁਰੀ ਸ਼ਬਦਾਵਲੀ ਵਰਤਦਾ ਹੈ, ਕੋਈ ਮਾੜਾ ਬਿਹੇਵ ਵੀ ਕਰੇ, ਤਾਂ ਉਹ ਇਸ ਨੂੰ ਬਰਦਾਸ਼ਤ ਕਰਦਾ ਹੈ। ਉਹ ਇਸ ਕਰਕੇ ਕਰਦਾ ਹੈ ਕਿ ਉਸ ਨੂੰ ਸਮਝ ਹੈ ਕਿ ਜਿਵੇਂ ਘਰ ਦੇ ਵਿੱਚ ਛੋਟਾ ਬੱਚਾ ਹੈ ਅਤੇ ਬੱਚਾ ਗਲਤੀਆਂ ਕਰਦਾ ਹੈ, ਅਸੀਂ ਬੱਚੇ ਨੂੰ ਰੋਕਦੇ ਹਾਂ, ਟੋਕਦੇ ਹਾਂ, ਤਾੜਨਾ ਵੀ ਕਰਦੇ ਹਾਂ, ਪਰ ਉਸ ਦੀ ਗਲਤੀ ਦੀ ਵਜ੍ਹਾ ਕਰਕੇ ਅਸੀਂ ਉਸ ਬੱਚੇ ਨੂੰ ਘਰ ਤੋਂ ਬਾਹਰ ਨਹੀਂ ਕੱਢਦੇ। ਫਿਰ ਵੀ ਉਸ ਨਾਲ ਇੱਕ ਅੰਡਰਸਟੈਂਡਿੰਗ ਬਣਾ ਕੇ ਚੱਲਦੇ ਹਾਂ, ਉਸ ਨਾਲ ਇੱਕ ਤਾਲਮੇਲ ਸਾਡਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਭੁੱਲ ਅਤੇ ਗਲਤੀ ਕਰਨ ਵਾਲਾ ਮਨੁੱਖ ਜਿਹੜਾ ਹੈ, ਭਾਵੇਂ ਉਹ ਕਿਸੇ ਨੇਕ ਚਾਲ ਚੱਲਣ ਵਾਲੇ ਮਨੁੱਖ ਦੀ ਨਿੰਦਾ ਕਰਦਾ ਹੈ, ਉਸ ਨੂੰ ਭੈੜੇ ਬੋਲ ਬੋਲਦਾ ਹੈ, ਮਾੜਾ ਵਿਹਾਰ ਕਰਦਾ ਹੈ। ਬਹੁਤ ਸਾਰੇ ਇਤਿਹਾਸ ਵਿੱਚ ਐਸੇ ਪੱਖ ਪੜ੍ਹੇ ਜਾ ਸਕਦੇ ਨੇ ਜਿੱਥੇ ਮਹਾਨ ਲੋਕਾਂ ਨੇ ਖਿਮਾ ਕਰਦਿਆਂ ਵੀ ਦੇਰੀ ਨਹੀਂ ਕੀਤੀ, ਜਿੱਥੇ ਮਹਾਨ ਲੋਕਾਂ ਨੇ ਬੜੇ ਸਹਿਜ, ਠਰੱਮੇ ਅਤੇ ਧੀਰਜ ਤੋਂ ਕੰਮ ਲਿਆ, ਜਿੱਥੇ ਉਹਨਾਂ ਨੇ ਉਸ ਜ਼ੁਬਾਨ ਵਿੱਚ ਦੂਸਰੇ ਨੂੰ ਜਵਾਬ ਦੇਣ ਦੀ ਬਜਾਏ ਆਪਣੇ ਸਹਿਜ ਅਤੇ ਆਪਣੇ ਟਿਕਾ ਦੇ ਨਾਲ ਐਸੇ ਮਨੁੱਖਾਂ ਦੇ ਬੁਰੇ ਬੋਲਾਂ ਦਾ ਮੁਕਾਬਲਾ ਕੀਤਾ। ਇਸ ਵਿੱਚ ਫਰਕ ਹੈ ਇੱਕ ਅਗਿਆਨੀ ਮਨੁੱਖ ਦੇ ਜੀਵਨ ਜੀਣ ਦਾ ਅਤੇ ਇੱਕ ਗਿਆਨਵਾਨ ਮਨੁੱਖ ਦੇ ਜੀਵਨ ਜੀਣ ਦਾ। ਜਿਸ ਦਿਨ ਸਾਨੂੰ ਇਹ ਫਰਕ ਸਮਝ ਵਿੱਚ ਆ ਜਾਂਦਾ ਹੈ, ਅਸੀਂ ਉਹੋ ਜਿਹਾ ਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਸਤਿਗੁਰੂ ਨੇ ਐਸੇ ਪੱਖ ਥਾਂ ਪੁਰ ਥਾਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਵੀ ਜੀਵਨ ਦਾ ਇੱਕ ਪੱਧਰ ਉਹ ਵੀ ਹੁੰਦਾ ਹੈ ਜਿਹੜਾ ਮਨੁੱਖ ਆਪ ਆਪਣੇ ਜੀਵਨ ਨੂੰ ਕਾਲਖ ਨਾਲ ਭਰ ਕੇ ਅਤੇ ਉਹੋ ਜਿਹੀ ਕਾਲਖ ਦੂਜਿਆਂ ਦੇ ਜੀਵਨ ਉੱਤੇ ਮਲਣ ਦੀ ਵੀ ਕੋਸ਼ਿਸ਼ ਕਰਦਾ ਹੈ। ਅਤੇ ਇੱਕ ਮਨੁੱਖ ਉਹ ਹੁੰਦੇ ਨੇ ਜਿਹੜੇ ਆਪ ਉਜਲੇ ਨੇ ਅਤੇ ਉਹ ਕੋਸ਼ਿਸ਼ ਕਰਦੇ ਨੇ ਵੀ ਜਿਹੜੇ ਮੈਲੇ ਨੇ ਉਹਨਾਂ ਨੂੰ ਵੀ ਉਜਲਿਆਂ ਕੀਤਾ ਜਾਏ, ਉਹਨਾਂ ਨੂੰ ਵੀ ਸੁਚੱਜੀ ਜੀਵਨ ਜੁਗਤੀ ਬਖਸ਼ਿਸ਼ ਕੀਤੀ ਜਾਏ। ਤਾਂ ਦੋਵਾਂ ਤਰ੍ਹਾਂ ਦੇ ਜੀਵਨ ਵਿੱਚ ਬਹੁਤ ਵੱਡਾ ਅੰਤਰ ਹੈ, ਬਹੁਤ ਵੱਡਾ ਫਰਕ ਹੈ। ਸਾਹਿਬ ਸਤਿਗੁਰੂ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਮੇਰੀ ਇੱਜ਼ਤ, ਮੇਰੀ ਪੱਤ ਬਚਾਓ। ਹੇ ਅਕਾਲ ਪੁਰਖ ਜੀ, ਉਹ ਇੱਜ਼ਤ, ਉਹ ਪੱਤ ਕਿਹੜੀ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਨੂੰ ਅੱਗੇ ਬਿਆਨ ਕਰਦੇ ਨੇ, ਕਹਿੰਦੇ ਨੇ, ਜਮ ਕੋ ਤਰਾਸ ਭਇਓ ਉਰ ਅੰਤਰ,
ਜਮ ਦਾ ਅਰਥ ਕੋਸ਼ਕਾਰਾਂ ਨੇ ਕੀਤਾ ਹੈ ਮੌਤ, ਵੀ ਮੌਤ ਦਾ ਮੇਰੇ ਹਿਰਦੇ ਵਿੱਚ ਡਰ ਹੈ, ਮੈਨੂੰ ਮੌਤ ਤੋਂ ਭੈ ਆਉਂਦਾ ਹੈ। ਬੜਾ ਅਹਿਮ ਖਿਆਲ ਹੈ। ਕੀ ਇੱਥੇ ਮੌਤ ਤੋਂ ਭਾਵ ਸਰੀਰ ਦੇ ਬਿਨਸ ਜਾਣ ਤੋਂ ਹੈ? ਜੇ ਸੱਚਮੁੱਚ ਹੀ ਸਰੀਰ ਦੇ ਬਿਨਸ ਜਾਣ ਨੂੰ ਮੌਤ ਮੰਨ ਕੇ ਤੇ ਇਸ ਦੇ ਭੈ ਦੀ ਗੱਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਹੋਣ, ਤੇ ਫਿਰ ਤਾਂ ਸਮੇਂ ਦੀ ਸਲਤਨਤ ਵੱਲੋਂ ਜਦੋਂ ਉਹਨਾਂ ਨੂੰ ਆਪਸ਼ਨਾਂ ਦਿੱਤੀਆਂ ਗਈਆਂ ਵੀ ਤੁਸੀਂ ਆਪਣੀ ਜ਼ਿੰਦਗੀ ਸਾਡੀ ਗੱਲ ਨੂੰ ਮੰਨ ਕੇ ਬਚਾ ਸਕਦੇ ਹੋ, ਤੇ ਜੇ ਤੁਸੀਂ ਸਾਡੇ ਇਸ ਸ਼ਰਤ ਨੂੰ ਨਹੀਂ ਮੰਨੋਗੇ ਤੇ ਅਸੀਂ ਤੁਹਾਨੂੰ ਸਰੀਰਕ ਰੂਪ ਵਿੱਚ ਜੀਵਤ ਨਹੀਂ ਰਹਿਣ ਦਿਆਂਗੇ, ਜਿਉਂਦੇ ਨਹੀਂ ਰਹਿਣ ਦਿਆਂਗੇ। ਜੇ ਸੱਚਮੁੱਚ ਹੀ ਸਰੀਰਕ ਮੌਤ ਦਾ ਭੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਨ ਅੰਤਰ ਹੁੰਦਾ ਤਾਂ ਫਿਰ ਉਹ ਸਮੇਂ ਦੀ ਸਰਕਾਰ ਦੀ ਇਸ ਮੰਗ ਨੂੰ ਠੁਕਰਾਉਂਦੇ ਨਾ, ਉਹਨਾਂ ਦੀ ਸ਼ਰਤ ਨੂੰ ਕਦੇ ਵੀ ਅਣਸੁਣਿਆ ਨਾ ਕਰਦੇ, ਦਰਕਨਾਰ ਨਾ ਕਰਦੇ। ਪਰ ਨਹੀਂ, ਇੱਥੇ ਸਰੀਰਕ ਮੌਤ ਦਾ ਜ਼ਿਕਰ ਨਹੀਂ ਹੈ। ਖਿਆਲ ਵਿੱਚ ਰੱਖੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਰੀਰਕ ਜਨਮ ਦੇ ਨਾਲ ਅਗਲਾ ਪੱਖ ਜੁੜਿਆ ਮੌਤ ਦਾ, ਉਹ ਸਦੀਵ ਹੈ, ਅਟਲ ਹੈ, ਉਸ ਨੇ ਵਾਪਰ ਕੇ ਰਹਿਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਪਰ ਧਰਮੀ ਮਨੁੱਖ ਦਾ ਭੈ ਹੋਰ ਤਰ੍ਹਾਂ ਦਾ ਹੈ। ਧਰਮੀ ਮਨੁੱਖ ਕਿਸੇ ਹੋਰ ਮੌਤ ਤੋਂ ਬਚਣ ਦਾ ਉਪਰਾਲਾ ਕਰਦਾ ਹੈ। ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਵੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੀ ਫਿਜ਼ੀਕਲੀ ਮੁਸ਼ਕਲ ਤੋਂ ਬਚਣਾ ਚਾਹੁੰਦਾ ਹੈ। ਇਹ ਮਨੁੱਖ ਨੂੰ ਅਧਿਕਾਰ ਵੀ ਹੈ ਵੀ ਉਹ ਆਪਣੀ ਜ਼ਿੰਦਗੀ ਦੀ ਸੇਫਟੀ ਦਾ, ਸੁਰੱਖਿਆ ਦਾ ਖਿਆਲ ਕਰੇ। ਪਰ ਗੱਲ ਜਿੱਥੇ ਆ ਜਾਏ ਆਪਣੇ ਅਸੂਲ ਛੱਡਣ ਦੀ, ਗੱਲ ਜਿੱਥੇ ਆ ਜਾਏ ਧਰਮ ਨੂੰ ਬਚਾਉਣ ਦੀ, ਗੱਲ ਜਿੱਥੇ ਆ ਜਾਏ ਮਨੁੱਖੀ ਗੁਣਾਂ ਦੀ ਰਾਖੀ ਦੀ, ਉੱਥੇ ਫਿਰ ਉਹਨਾਂ ਚੀਜ਼ਾਂ ਨੂੰ ਉਹ ਆਦਰਸ਼ ਵੱਡੇ ਹੋ ਜਾਂਦੇ ਨੇ ਤੇ ਸਰੀਰ ਦਾ ਵਜੂਦ ਛੋਟਾ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਸਰੀਰਕ ਮੌਤ ਦਾ ਨਹੀਂ, ਇੱਥੇ ਆਤਮਿਕ ਮੌਤ ਦਾ ਜ਼ਿਕਰ ਕਰ ਰਹੇ। ਸਰੀਰ ਤੋਂ ਬਿਨਾਂ ਵੀ ਮਨੁੱਖ ਮਰਦਾ ਹੈ। ਉਹ ਮਰਦਾ ਹੈ ਜ਼ਮੀਰ ਕਰਕੇ, ਆਤਮਾ ਕਰਕੇ, ਅੰਦਰੋਂ ਡੈੱਡ ਹੋ ਜਾਣਾ, ਅੰਦਰੋਂ ਖਤਮ ਹੋ ਜਾਣਾ। ਸਤਿਗੁਰੂ ਮਹਾਰਾਜ ਨੇ ਜਿੱਥੇ ਵੀ ਮੁਬਾਰਕ ਬਾਣੀ ਦੇ ਵਿੱਚ ਜੀਵਨ ਲੋੜਿਆ ਨਾ ਵੀ ਸਾਨੂੰ ਹੇ ਮੇਰੇ ਮਾਲਕ ਵਾਹਿਗੁਰੂ ਜ਼ਿੰਦਗੀ ਬਖਸ਼ੋ, ਜੀਵਨ ਦਾਨ ਦਿਓ, ਉੱਥੇ ਜੀਵਨ ਦਾਨ ਸਤਿਗੁਰੂ ਮਹਾਰਾਜ ਨੇ ਆਤਮਿਕ ਜੀਵਨ ਦੀ ਦਾਤ ਪਰਮੇਸ਼ਰ ਦੇ ਪਾਸੋਂ ਮੰਗੀ ਹੈ। ਪਰ ਸੱਚ ਜਾਣਿਓ, ਜੀਵਤ ਮਨੁੱਖ ਹੀ ਸ਼ਹਾਦਤਾਂ ਦਿੰਦੇ ਨੇ। ਇਸੇ ਕਰਕੇ ਉਹ ਸਰੀਰ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਦੁਨੀਆ ਵਿੱਚ ਜੀਵਤ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਜੀਵਨ ਲੋੜਿਆ ਹੁੰਦਾ ਅਤੇ ਉਹਨਾਂ ਨੂੰ ਜੀਣਾ ਆਉਂਦਾ ਹੈ। ਅਸੀਂ ਸਾਰੀ ਜ਼ਿੰਦਗੀ ਸਰੀਰ ਦਾ ਜੀਵਨ ਮੰਗਦੇ ਹਾਂ, ਉਮਰ ਲੰਮੀ ਹੋ ਜਾਏ, ਜਿਸ ਨੂੰ ਪਾਤਸ਼ਾਹ ਕਹਿੰਦੇ ਨਾ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਸਾਹਿਬ ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਗੁਰੂ ਨਾਨਕ ਸਾਹਿਬ ਦੀ ਇਸ ਪੌੜੀ ਵਿੱਚ ਮਹਾਰਾਜ ਨੇ ਦੱਸਿਆ ਵੀ ਜੇ ਚਾਰ ਯੁੱਗਾਂ ਤੇ ਜਿੰਨੀ ਚਾਰ ਯੁੱਗਾਂ ਦੀ ਉਮਰ ਹੈ, ਜੋ ਪੁਰਾਣਕ ਕਥਾਵਾਂ 'ਚ ਆਉਂਦਾ, ਭਾਰਤੀ ਪਰੰਪਰਾ 'ਚ ਆਉਂਦਾ, ਉਸ ਤੋਂ ਵੀ 10 ਗੁਣਾ ਜ਼ਿਆਦਾ ਉਮਰ ਹੋ ਜਾਏ, ਯਾਨੀ ਕਿ ਅਰਬਾਂ ਸਾਲ ਦੀ ਉਮਰ ਹੋ ਜਾਏ, ਸਾਰੇ ਸੰਸਾਰ ਦਾ ਰਾਜ ਮਿਲ ਜਾਏ, ਵਡਿਆਈ ਮਿਲ ਜਾਏ, ਸਤਿਕਾਰ ਮਿਲ ਜਾਏ, ਕੀ ਹੋ ਜਾਏਗਾ? ਫਿਰ ਵੀ ਜੋ ਤੁਸੀਂ ਅੱਜ ਹੋ 1000 ਸਾਲ ਵੀ ਇਹੋ ਹੀ ਰਹੋਗੇ। ਜਿਹੋ ਜਿਹਾ ਤੁਸੀਂ ਅੱਜ ਬਤੀਤ ਕਰ ਰਹੇ ਹੋ, ਆਉਣ ਵਾਲੀਆਂ ਸਦੀਆਂ ਵੀ ਐਵੇਂ ਹੀ ਬਤੀਤ ਕਰੋਗੇ। ਜ਼ਿੰਦਗੀ ਦਾ ਅਸਲ ਰਸ ਆਪਣੇ ਆਪ ਨੂੰ ਬਦਲ ਲੈਣ ਦੇ ਵਿੱਚ ਹੈ। ਅਤੇ ਸਾਹਿਬ ਸਤਿਗੁਰੂ ਆਖਦੇ ਨੇ, ਫੇਰ ਕੀ ਐਸਾ ਮਨੁੱਖ ਜਿਹੜਾ ਅੱਜ ਸੰਤੁਸ਼ਟ ਨਹੀਂ, ਅੱਜ ਸੈਟਿਸਫਾਈ ਨਹੀਂ, ਅੱਜ ਆਨੰਦ ਵਿੱਚ ਨਹੀਂ, ਅੱਜ ਜੀਵਨ ਦੀ ਕਦਰੋ ਕੀਮਤ ਨਹੀਂ ਸਮਝਦਾ, ਜੇ ਉਸ ਨੂੰ 1000 ਸਾਲਾਂ ਦੀ ਉਮਰ ਵੀ ਮਿਲ ਜਾਏ ਤਾਂ ਕੀ ਇਹਦੇ ਨਾਲ ਉਹਦੀ ਜ਼ਿੰਦਗੀ ਦੇ ਜਿਉਣ ਵਿੱਚ ਕੋਈ ਫਰਕ ਪਏਗਾ? ਨਹੀਂ ਪਏਗਾ। ਜਿਹੋ ਜਿਹੇ ਪਲ ਉਹ ਹੁਣ ਬਤੀਤ ਕਰ ਰਿਹਾ, ਆਉਣ ਵਾਲੇ ਵੀ ਉਵੇਂ ਹੀ ਕਰੇਗਾ, ਸਦੀਆਂ ਵੀ ਉਵੇਂ ਹੀ ਕਰੇਗਾ, ਅਤੇ ਕਈ 1000 ਸਾਲ ਵੀ ਉਹ ਇਸੇ ਤਰ੍ਹਾਂ ਹੀ ਕੱਟ ਲਵੇਗਾ। ਉਹਦੇ ਲਈ ਇੱਕ ਸਜ਼ਾ ਹੋਏਗੀ, ਜੀਵਨ ਨਹੀਂ ਹੋਏਗਾ। ਪਰ ਜਿਨ੍ਹਾਂ ਨੂੰ ਸਤਿਗੁਰੂ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਜੀਵਨ ਜਿਉਣ ਦੀ ਜਾਚ ਆ ਜਾਏ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅਨੰਤ ਆਨੰਦ ਨੂੰ ਆਪਣੇ ਜੀਵਨ ਵਿੱਚ ਮੰਨਣ ਵਾਲੇ ਜਿਹੜੇ ਹਨ, ਉਹ ਪਰਮੇਸ਼ਰ ਦੇ ਗੁਣਾਂ ਦਾ ਅੰਮ੍ਰਿਤ ਪੀਂਦੇ ਨੇ ਅਤੇ ਸਦੀਵ ਕਾਲ ਜੀਵਤ ਰਹਿੰਦੇ। ਉਹ ਅੰਦਰੋਂ ਡੈੱਡ ਨਹੀਂ ਹੁੰਦੇ, ਅੰਦਰੋਂ ਮਰਦੇ ਨਹੀਂ। ਉਹਨਾਂ ਦਾ ਜੀਵਨ ਵੱਖਰੀ ਕਿਸਮ ਦਾ ਹੈ। ਔਰ ਮੈਂ ਬੇਨਤੀ ਕਰ ਰਿਹਾ ਸਾਂ ਵੀ ਸ਼ਹਾਦਤ ਦੇਣੀ, ਕੁਰਬਾਨੀ ਦੇਣੀ,
ਆਪਣਾ ਆਪ ਕੁਰਬਾਨ ਕਰਨਾ, ਇਹ ਵੀ ਜੀਵਤ ਮਨੁੱਖ ਹੀ ਕਰ ਸਕਦੇ ਨੇ। ਸਾਡੇ ਵਰਗੇ ਨੇ, ਅਸੀਂ ਸਵਾਰਥਾਂ ਪਿੱਛੇ ਦੌੜਨ ਵਾਲੇ ਲੋਕ ਹਾਂ। ਅਸੀਂ ਹੋਂ ਦੇ ਤਲ 'ਤੇ ਜੀਵਨ ਜੀਣ ਵਾਲੇ ਲੋਕ ਹਾਂ। ਜਿਨ੍ਹਾਂ ਨੇ ਹੋਂ ਅਤੇ ਸਵਾਰਥ ਅਤੇ ਗਰਜ਼ ਉੱਤੇ ਕਾਬੂ ਪਾ ਲਿਆ ਹੋਵੇ, ਜਿੱਤ ਅਤੇ ਫਤਹ ਹਾਸਲ ਕਰ ਲਈ ਹੋਵੇ, ਉਹ ਮਨੁੱਖੀ ਜੀਵਤ ਨੇ। ਅਤੇ ਉਹੀ ਕਿਸੇ ਵੱਡੇ ਮਕਸਦ ਅਤੇ ਉਦੇਸ਼ ਹਿੱਤ ਕੁਰਬਾਨੀ ਕਰ ਸਕਦੇ ਨੇ। ਭਾਰਤ ਵਰਸ਼ ਦੀ ਧਰਤੀ ਉੱਤੇ ਕੈਸੇ ਕੈਸੇ ਆਪਣੇ ਆਪ ਨੂੰ ਧਰਮ ਰੱਖਿਅਕ ਅਖਵਾਉਣ ਵਾਲੇ, ਧਰਮ ਨੇਤਾ ਅਖਵਾਉਣ ਵਾਲੇ ਲੋਕਾਂ ਦੇ ਵਿੱਚ ਆਪਣੀ ਸ਼ਾਖ ਬਣਾ ਕੇ, ਆਪਣੀ ਹਉਮੈ ਨੂੰ ਵਧਾ ਕੇ ਲੋਕਾਂ ਦੇ ਵਿੱਚ ਐਸਟੈਬਲਿਸ਼ ਪਰਸਨੈਲਿਟੀਆਂ ਸਨ। ਪਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਰਗਾ ਕੋਈ ਨਹੀਂ ਸੀ ਜਿਹੜਾ ਨਿਮਾਣਿਆਂ ਨਿਤਾਣਿਆਂ ਦੀ ਬਾਂਹ ਫੜੇ ਅਤੇ ਸਮੇਂ ਦੀ ਸੱਤਾ ਦੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੇ। ਇਹ ਕੋਈ ਜੀਵਤ ਹੀ ਕਰ ਸਕਦਾ ਸੀ। ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਸਰੀਰ ਦੀ ਮੌਤ ਦੇ ਭੈ ਦਾ ਜ਼ਿਕਰ ਨਹੀਂ ਕਰ ਰਹੇ, ਆਤਮਿਕ ਮੌਤ ਦੇ ਭੈ ਦਾ ਜ਼ਿਕਰ ਕਰ ਰਹੇ ਨੇ। ਅਤੇ ਸਤਿਗੁਰੂ ਆਖਦੇ ਨੇ, ਜਮ ਕੋ ਤਰਾਸ ਭਇਓ ਉਰੇ ਅੰਤਰ। ਮੈਂ ਇਸ ਗੱਲ ਤੋਂ ਝਿਜਕਦਾ ਹਾਂ ਕਿ ਕਿਤੇ ਅੰਦਰ ਦੀ ਮੌਤ ਨਾ ਵਿਆਪ ਜਾਏ। ਉਹ ਕਿਵੇਂ ਵਿਆਪਦੀ ਹੈ? ਜਦੋਂ ਮਨੁੱਖ ਦੀ ਸੁਰਤ ਔਗਣਾਂ ਅਤੇ ਵਿਕਾਰਾਂ ਵਿੱਚ ਪਲੀਤ ਹੁੰਦੀ ਹੈ, ਅੰਦਰ ਮੈਲਾ ਹੁੰਦਾ ਹੈ, ਅਤੇ ਹੌਲੀ ਹੌਲੀ ਮਨੁੱਖ ਦੇ ਅੰਦਰ ਦਾ ਵਿਵੇਕ ਦਾ ਦੀਵਾ ਗੁੱਲ ਹੋ ਜਾਂਦਾ ਹੈ। ਮਨੁੱਖ ਔਗਣਾਂ ਅਤੇ ਵਿਕਾਰਾਂ ਦੀ ਮੈਲ ਦੇ ਪ੍ਰਭਾਵ ਥੱਲੇ ਦਬ ਜਾਂਦਾ ਹੈ, ਤਾਂ ਸਮੇਂ ਦੀ ਹਰ ਬਦੀ ਦਾ ਸ਼ਿਕਾਰ ਹੁੰਦਾ ਹੈ। ਇਹੀ ਮੌਤ ਹੈ। ਸਾਹਿਬ ਸਤਿਗੁਰੂ ਆਖਦੇ ਨੇ, ਇਸੇ ਕਰਕੇ ਹੀ ਮੇਰੇ ਮਾਲਕ ਜੀ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਹੈ ਕਿਰਪਾ ਦੇ ਖਜ਼ਾਨੇ, ਮੈਂ ਤੇਰੀ ਸ਼ਰਨ ਧਾਰਨ ਕੀਤੀ ਹੈ। ਮੈਂ ਆਪਣਾ ਆਪਾ ਤੈਨੂੰ ਸਮਰਪਿਤ ਕਰ ਰਿਹਾ, ਤੇਰੇ ਅੱਗੇ ਸਰੈਂਡਰ ਕਰ ਰਿਹਾ। ਸਤਿਗੁਰੂ ਜੀ ਅਗਲੇ ਬੰਦ ਵਿੱਚ ਆਖਦੇ ਨੇ, ਮਹਾਪਤਿਤ ਮੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ। ਇਹ ਅਕਾਲ ਪੁਰਖ ਜੀ, ਇਹ ਜੀੜਾ ਮਹਾਪਤਿਤ, ਪਤਿਤ ਦਾ ਅਰਥ ਹੈ ਡਿੱਗਿਆ ਹੋਇਆ, ਜਿਹੜਾ ਅਸੂਲ ਤੋਂ ਡਿੱਗਾ ਹੋਵੇ, ਵਿਕਾਰ ਵਿੱਚ ਗੁਣ ਤੋਂ ਖਿਸਕ ਕੇ ਔਗਣ ਦੀ ਖੱਡ ਵਿੱਚ ਡਿੱਗ ਪੈਣਾ, ਇਸ ਨੂੰ ਪਤਿਤ ਕਿਹਾ ਜਾਂਦਾ। ਕਿਸੇ ਅਸੂਲ ਤੋਂ ਗਿਰ ਜਾਣਾ। ਮਹਾਪਤਿਤ ਮੁਗਧ, ਮੁਗਧ ਦਾ ਅਰਥ ਹੈ ਅਗਿਆਨਤਾ ਦੇ ਹਨੇਰੇ 'ਚ ਟੱਕਰਾਂ ਖਾਣ ਵਾਲਾ ਮੂਰਖ, ਅਗਿਆਨੀ। ਲੋਭੀ, ਲਾਲਚ ਅਤੇ ਹਿਰਸ ਦਾ ਸ਼ਿਕਾਰ ਹੋਇਆ। ਕਰਤ ਪਾਪ ਅਬਹਾਰਾ। ਇਹਨਾਂ ਚੀਜ਼ਾਂ ਕਰਕੇ, ਪਤਿਤ ਸੁਭਾਅ ਕਰਕੇ, ਮੂਰਖਤਾਈ ਅਗਿਆਨਤਾ ਕਰਕੇ ਅਤੇ ਲੋਭ ਹਿਰਸ ਕਰਕੇ ਇੰਨੇ ਕੁ ਪਾਪ ਕੀਤੇ ਹਨ ਵੀ ਪਾਪ ਕਰ ਕਰਕੇ ਆਪਣਾ ਵਜੂਦ ਹੀ ਥੱਕ ਗਿਆ। ਔਗਣ ਕਮਾ ਕਮਾ ਕੇ ਆਪਣਾ ਵਜੂਦ ਹੀ ਥੱਕਿਆ ਅਤੇ ਹੰਬਿਆ ਹੋਇਆ ਮਹਿਸੂਸ ਹੁੰਦਾ ਹੈ ਵੀ ਜਿਵੇਂ ਹੁਣ ਇੰਨੇ ਕੁ ਔਗਣ ਕਮਾ ਲਏ ਹੁਣ ਵੀ ਹੁਣ ਸੱਤਾ ਹੀ ਨਹੀਂ ਬਚੀ। ਇੰਨੀ ਜ਼ਿਆਦਾ ਲਮੇਰੀ ਪ੍ਰੈਕਟਿਸ ਕਿਸੇ ਚੀਜ਼ ਦੀ ਕਰ ਲੈਣੀ। ਪਾਤਸ਼ਾਹ ਕਹਿੰਦੇ ਨੇ, ਘਟ ਹੀ ਭੀਤਰ ਭੈ ਮਰਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ। ਅੰਦਰ ਫਿਰ ਆਤਮਿਕ ਮੌਤ ਦਾ ਜਿਹੜਾ ਸਹਿਮ ਹੈ ਉਹ ਬਣਿਆ ਹੋਇਆ ਕਿ ਕੀ ਬਣੇਗਾ, ਕੀ ਹੋਵੇਗਾ। ਵੈਸੇ ਗੁਰਬਾਣੀ ਨੂੰ ਪੜ੍ਹਨ ਤੋਂ ਇਸ ਗੱਲ ਦਾ ਕਿਆਸ, ਅੰਦਾਜ਼ਾ ਅਤੇ ਗਿਆਨ ਵੀ ਹੁੰਦਾ ਹੈ ਵੀ ਮਨੁੱਖ ਦੇ ਅੰਦਰ ਸਦਾ ਹੀ ਕਿਧਰੇ ਨਾ ਕਿਧਰੇ, ਕਿੰਨਾ ਵੀ ਮਨੁੱਖ ਗੁਨਾਹਾਂ ਦੀ ਦਲਦਲ ਵਿੱਚ ਡਿੱਗਦਾ ਹੈ, ਉਸ ਨੂੰ ਮਰਨਾ ਕਿਹਾ ਮਹਾਰਾਜ। ਜਿੰਨਾ ਉਹ ਡੂੰਘਾ ਉਹਦੇ ਅੰਦਰੋਂ ਵਿਵੇਕ ਖਤਮ ਹੁੰਦਾ ਜਾਏ, ਮੱਧਮ ਪੈਂਦਾ ਜਾਏ, ਉਹਨਾਂ ਉਸ ਨੂੰ ਸਤਿਗੁਰੂ ਕਹਿੰਦੇ ਇਹ ਮਰਦਾ ਜਾ ਰਿਹਾ, ਖਤਮ ਹੈ, ਡੈਡ ਹੈ। ਫਿਰ ਵੀ ਕਾਦਰ ਦੀ ਕੁਦਰਤ ਦਾ ਇੱਕ ਕ੍ਰਿਸ਼ਮਾ ਹੈ, ਪਰਮੇਸ਼ਰ ਦੀ ਇਹ ਇਲਾਹੀ ਬਖਸ਼ਿਸ਼ ਮਨੁੱਖ ਦੇ ਉੱਤੇ ਹੈ ਕਿ ਉਹਦੇ ਅੰਦਰ, ਉਹਦੇ ਹਿਰਦੇ, ਉਹਦੀ ਸੁਰਤ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਸੁਚੱਜੇਪਨ ਦਾ, ਕੋਈ ਗਿਆਨ ਦਾ, ਕੋਈ ਚੇਤਨਾ ਦਾ ਥੋੜ੍ਹਾ ਬਹੁਤ ਜਿਹੜਾ ਚਿਣਗ ਹੈ ਉਹ ਲੱਗੀ ਰਹਿੰਦੀ ਹੈ। ਉਹਨੂੰ ਅਥਾਹ ਪਾਪ ਕਰਨ ਤੋਂ ਬਾਅਦ ਵੀ ਕੁਰੇਦੀ ਹੈ ਵੀ ਤੂੰ ਗਲਤ ਕਰਦਾ, ਸਹੀ ਨਹੀਂ ਕਰਦਾ। ਪਾਤਸ਼ਾਹ ਜੀ ਆਖਦੇ ਨੇ, ਫਿਰ ਉਹ ਅੰਦਰ ਦੀ ਆਵਾਜ਼ ਜਿਹੜੀ ਹੈ, ਮੱਧਮ ਭਾਵੇਂ ਹੋ ਜਾਏ, ਅਤੇ ਉਹ ਅੰਦਰ ਦੀ ਆਵਾਜ਼ ਜਿਹੜੀ ਹੈ ਮਨੁੱਖ ਦੇ ਵਿੱਚੋਂ ਇਹ ਫੁੱਟਦੀ ਹੈ, ਭੈ ਮਰਬੇ ਕੋ ਬਿਸਰਤ ਨਾ। ਉਹ ਡਰਾਉਂਦੀ ਹੈ ਵੀ ਤੇਰਾ ਬਣੇਗਾ ਕੀ, ਹੋਏਗਾ ਕੀ। ਇਸੇ ਕਰਕੇ ਵੱਡੇ ਵੱਡੇ ਗੁਨਾਹਗਾਰ ਕਈ ਵਾਰ ਗੁਨਾਹਾਂ ਦੀ ਹੱਦ ਤੋਂ ਵੀ ਪਿਛਾਂਹ ਮੁੜਦੇ ਹੋਏ ਵੇਖੇ ਜਾ ਸਕਦੇ ਨੇ। ਕੋਈ ਚੀਜ਼ ਹੈ ਜਿਹੜੀ ਉਹਨਾਂ ਨੂੰ ਹੋੜਦੀ ਅਤੇ ਰੋਕਦੀ ਹੈ, ਅਤੇ ਮੌਕੇ 'ਤੇ ਆ ਕੇ ਜਦੋਂ ਆਪਣਾ ਆਪ ਜਵਾਲ ਵਿਖਾ ਦਿੰਦੀ ਹੈ, ਅਤੇ ਵੱਡੇ ਵੱਡੇ ਗੁਨਾਹਗਾਰ ਵੀ ਤੌਬਾ ਕਰ ਜਾਂਦੇ ਨੇ। ਵੱਡੇ ਵੱਡੇ ਜ਼ਾਲਮ ਅਤੇ ਪਾਪੀ ਵੀ ਆਪਣੇ ਪਾਪ ਤੋਂ ਤੌਬਾ ਕਰਕੇ ਵਾਪਸ ਮੁੜ ਆਉਂਦੇ ਨੇ, ਸੰਸਾਰ ਨੂੰ ਹੈਰਾਨ ਕਰ ਦਿੰਦੇ ਨੇ। ਜਿਨ੍ਹਾਂ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਵੀ ਇਹ ਵੀ ਬਦਲ ਸਕਦੇ ਨੇ, ਕਦੇ ਉਹ ਬਦਲ ਜਾਂਦੇ ਨੇ, ਅਤੇ ਕੋਈ ਉਹਦੇ ਪਿੱਛੇ ਕਾਰਨ ਹੁੰਦਾ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਐਸੇ ਪਾਪ ਕਰਦਿਆਂ ਭਾਵੇਂ ਵਜੂਦ ਹਾਰਿਆ ਅਤੇ ਹੰਬਿਆ ਪਿਆ,
ਪਰ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਅਤੇ ਡਰ ਪੈਦਾ ਹੁੰਦਾ ਹੈ, ਭੈ ਮਰਬੇ ਕੋ ਬਿਸਰਤ ਨਾਹਨ ਤੇ ਚਿੰਤਾ ਤਨ ਜਾਰਾ। ਚਿੰਤਾਵਾਂ ਵਿੱਚ ਤਨ ਸੜਦਾ ਹੈ, ਜੀਵਨ ਸੜਦਾ ਹੈ। ਚਿੰਤਾ ਦੀ ਅਗਨੀ ਸਰੀਰ ਨੂੰ ਤਪਾਉਂਦੀ ਹੈ, ਜੀਵਨ ਨੂੰ ਦੁਖੀ ਕਰਦੀ ਹੈ, ਅਤੇ ਅੰਦਰ ਦਾ ਇੱਕ ਡਰ ਸਦਾ ਸਹਿਮ ਬਣਿਆ ਰਹਿੰਦਾ ਹੈ। ਪਾਤਸ਼ਾਹ ਜੀ ਆਖਦੇ ਨੇ, ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ਼ ਕਉ ਠਤਾਇਆ। ਹਾਲਾਂਕਿ ਮਨੁੱਖ ਆਪਣੇ ਪੱਧਰ 'ਤੇ ਯਤਨ ਕਰਦਾ ਹੈ, ਬੇਵੱਸ ਹੈ ਆਪਣੇ ਮਨ ਦੀ ਹਾਲਤ ਪੱਖੋਂ, ਪਰ ਬਾਹਰੀ ਕੋਸ਼ਿਸ਼ਾਂ ਕਰਦਾ ਹੈ। ਤੁਸੀਂ ਵੇਖੋਗੇ ਵੱਡੇ ਵੱਡੇ ਗੁਨਾਹਗਾਰ ਪਾਪੀ ਵੀ ਕਈ ਵਾਰ ਦਾਨ ਕਰਦੇ ਨੇ। ਵੱਡੇ ਵੱਡੇ ਗੁਨਾਹਗਾਰ ਪਾਪੀ ਵੀ ਕਈ ਵਾਰ ਕਈ ਥਾਵਾਂ 'ਤੇ ਜਾ ਕੇ ਸਿਜਦੇ ਕਰਦੇ ਨੇ। ਵੱਡੇ ਵੱਡੇ ਸੰਸਾਰ ਦੇ ਧੋਖੇਬਾਜ਼ ਡਕੈਤ ਵੀ ਜਿਹੜੇ ਨੇ, ਉਹ ਕਿਤੇ ਨਾ ਕਿਤੇ ਜਾ ਕੇ ਨਿਉ ਜਾਂਦੇ ਨੇ, ਜਾਂ ਕਿਤੇ ਨਾ ਕਿਤੇ ਜਾ ਕੇ ਕੋਈ ਐਸਾ ਧਰਮ ਕਰਮ ਕਰਦੇ ਹੋਏ ਤੁਹਾਨੂੰ ਵਿਖਾਈ ਦੇਣ। ਉਹਦਾ ਕਾਰਨ ਹੈ ਵੀ ਉਹਨਾਂ ਨੂੰ ਇਹ ਗੱਲ ਰੀਅਲਾਈਜ਼ ਹੁੰਦੀ, ਮਹਿਸੂਸ ਹੁੰਦੀ ਵੀ ਅਸੀਂ ਗਲਤ ਕਰ ਰਹੇ ਹਾਂ, ਪਰ ਸਾਡੇ ਪਾਪ ਕਿਸੇ ਤਰ੍ਹਾਂ ਲੈਣ ਵੀ, ਉਤਰ ਵੀ ਜਾਣ। ਉਹ ਉਹਨਾਂ ਦੇ ਕੇਵਲ ਯਤਨ ਹੁੰਦੇ ਨੇ, ਉਹ ਆਪਣੀ ਜ਼ਿੰਦਗੀ ਦਾ ਟਰੈਕ ਨਹੀਂ ਬਦਲਦੇ, ਪਰ ਉਹ ਇੱਕ ਯਤਨ ਨਾਲ ਨਾਲ ਕਰਦੇ ਰਹਿੰਦੇ ਨੇ ਵੀ ਪਾਪ ਕੀਤਾ ਚਲੋ ਉਤਰ ਗਿਆ ਹੋਏਗਾ, ਆਹ ਪਾਪ ਕੀਤਾ ਉਤਰ ਗਿਆ ਹੋਏਗਾ। ਉਹ ਦੋਵੇਂ ਚੀਜ਼ਾਂ ਹੀ, ਦੋਵੇਂ ਰਸਤੇ ਹੀ ਬਰਾਬਰ ਬਰਾਬਰ ਤੈਅ ਕਰਦੇ ਜਾਂਦੇ ਨੇ। ਤੋ ਸਤਿਗੁਰੂ ਜੀ ਆਖਦੇ ਨੇ, ਐਸੇ ਉਸ ਪਾਪ ਤੋਂ ਮੁਕਤੀ ਦੇ ਬੜੇ ਉਪਾਅ ਕਰਦੇ ਹਨ, ਪਰ ਨਾਲ ਹੀ ਸਤਿਗੁਰੂ ਨੇ ਫਰਮਾਇਆ ਦਹ ਦਿਸ਼ ਕਉ ਠਤਾਇਆ, ਅਤੇ ਭਟਕਦੇ ਨੇ ਵੀ ਕਿਤੇ ਪਾਪ ਲੈ ਜਾਣ, ਬੀਤੇ ਤੋਂ ਛੁਟਕਾਰਾ ਪੈ ਜਾਏ, ਜੋ ਕਮਾਇਆ ਇਹਦੇ ਪ੍ਰਭਾਵ ਤੋਂ ਕਿਸੇ ਤਰ੍ਹਾਂ ਬਚ ਜਾਈਏ। ਪਰ ਹਜ਼ੂਰ ਆਖਦੇ ਨੇ, ਘਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ। ਪਰ ਉਹ ਭੁੱਲ ਕਿੱਥੇ ਕਰਦੇ ਨੇ? ਆਪਣੇ ਵਜੂਦ ਨੂੰ ਨਹੀਂ ਤਲਾਸ਼ਦੇ, ਆਪਣੇ ਅੰਦਰ ਦੀ ਚੰਗਿਆਈ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਣੇ ਅੰਦਰ ਦੇ ਅੰਮ੍ਰਿਤ ਤੱਕ ਨਹੀਂ ਪਹੁੰਚਦੇ। ਬਾਹਰ ਦੇ ਉਪਾਅ ਤਾਂ ਕਰਦੇ ਨੇ, ਬਾਹਰ ਦੀ ਭਟਕਣਾ ਦੇ ਸ਼ਿਕਾਰ ਤਾਂ ਹੁੰਦੇ ਨੇ, ਪਰ ਮਾਇਆ ਦੀ ਕਾਲਖ ਤੋਂ ਰਹਿਤ ਪਰਮੇਸ਼ਰ ਦਾ ਜੋ ਵਜੂਦ ਸਾਡੇ ਵਜੂਦ ਵਿੱਚ ਹੈ, ਉਹਦੀ ਜੋ ਜੋਤ, ਜੋ ਚੇਤਨਾ, ਜੋ ਸੱਤਾ ਸਾਡੇ ਅੰਦਰ ਹੈ, ਅਸੀਂ ਉਹਦਾ ਅੰਸ਼ ਹਾਂ। ਅਸੀਂ ਕੀ ਹਾਂ? ਆਪਣੇ ਅਸਤਿਤਵ ਨੂੰ, ਆਪਣੀ ਵਜੂਦ ਨੂੰ, ਆਪਣੀ ਹੋਂਦ ਨੂੰ ਤਲਾਸ਼ਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਕਰਕੇ ਮਹਾਰਾਜ ਕਹਿੰਦੇ ਉਹਦਾ ਭੇਤ ਨਹੀਂ ਪਾ ਸਕਦੇ। ਭਟਕਣਾ ਰਾਹੀਂ, ਬਾਹਰ ਦੇ ਉਪਾਵਾਂ ਰਾਹੀਂ ਵੀ ਭੇਤ ਨਹੀਂ ਲੱਭਦਾ। ਅਤੇ ਸਤਿਗੁਰੂ ਜੀ ਆਖਦੇ ਨੇ, ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ। ਸਤਿਗੁਰੂ ਆਖਦੇ, ਮੇਰੇ ਮਾਲਕ, ਮੇਰੇ ਕੋਲ ਐਸਾ ਕੋਈ ਗੁਣ ਨਹੀਂ ਜਿਸ ਦਾ ਮੈਂ ਹਵਾਲਾ ਪੇਸ਼ ਕਰਾਂ ਕਿ ਆਹ ਮੇਰੀ ਚੰਗਿਆਈ ਹੈ, ਆਹ ਹੈ ਮੇਰੇ ਕੋਲ ਜੋ ਮੈਂ ਕੀਤਾ ਹੈ, ਜਿਸ ਨੂੰ ਮੈਂ ਆਪਣੇ ਹੱਕ ਵਿੱਚ ਭੁਗਤਾ ਸਕਾਂ, ਆਪਣੀ ਫੇਵਰ ਵਿੱਚ ਵਿਖਾ ਸਕਾਂ ਵੀ ਆਹ ਮੇਰੀ ਕਮਾਈ ਹੈ, ਆਹ ਮੇਰਾ ਗੁਣ ਹੁਨਰ ਹੈ। ਨਾਹਿਨ ਕਛ ਜਪ ਤਪ, ਨਾ ਹੀ ਮੇਰੇ ਪੱਲੇ ਕੋਈ ਜਾਪ ਹੈ, ਨਾ ਕੋਈ ਤਾਪ ਹੈ। ਇੱਥੇ ਜਪ ਦਾ ਮਤਲਬ ਹੈ ਪਰਮੇਸ਼ਰ ਦੇ ਗਿਆਨ ਗੁਣਾਂ ਨੂੰ ਦ੍ਰਿੜ ਕੀਤਾ ਹੋਣਾ, ਅਤੇ ਤਪ ਦਾ ਮਤਲਬ ਕੋਈ ਚੰਗਾ ਕਰਮ, ਕੋਈ ਘਾਲਣਾ ਘਾਲੀ ਹੋਣੀ, ਕੋਈ ਚੰਗਿਆਈ ਲਈ ਸੰਘਰਸ਼ ਕੀਤਾ ਹੋਣਾ। ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਮੇਰੇ ਫੇਵਰ 'ਚ ਹੋਵੇ ਅਤੇ ਜਿਹਨੂੰ ਮੈਂ ਆਪਣੀ ਫੇਵਰ 'ਚ ਦੁਨੀਆ ਸਾਹਮਣੇ, ਹੀ ਮੇਰੇ ਮਾਲਕ ਤੇਰੇ ਸਾਹਮਣੇ ਬਿਆਨ ਕਰ ਸਕਾਂ। ਯਥਾ ਜਿਵੇਂ ਸਤਿਗੁਰੂ ਮੁਬਾਰਕ ਬਾਣੀ ਦੇ ਵਿੱਚ ਆਖਦੇ ਨੇ, ਨਾਹਿਨ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਔਰ ਇਹ ਵੀ ਖਿਆਲ ਰੱਖਣ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਰਮਕਾਂਡੀ ਜਪ ਤਪ ਦਾ ਖੰਡਨ ਵੀ ਹੈ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਪਰ ਇੱਥੇ ਸਤਿਗੁਰੂ ਜਦੋਂ ਇਹਨੂੰ ਪੋਜ਼ੀਟਿਵ ਅਰਥਾਂ ਵਿੱਚ ਵਰਤਦੇ ਨੇ, ਉਦੋਂ ਜਪ ਦਾ ਜਾਂ ਤਪ ਦਾ ਅਰਥ ਉਹ ਨਹੀਂ ਜਿਸ ਦਾ ਖੰਡਨ ਕੀਤਾ ਜਾਂਦਾ ਹੈ। ਇੱਥੇ ਜਪ ਦਾ ਅਰਥ ਹੈ ਦ੍ਰਿੜਤਾ, ਤਪ ਦਾ ਅਰਥ ਹੈ ਘਾਲਣਾ। ਗੁਰ ਸੇਵਾ ਤਪਾਂ ਸਿਰ ਤਪ ਸਾਰ। ਤੋ ਸਾਹਿਬ ਸਤਿਗੁਰੂ ਕਹਿੰਦੇ, ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ। ਮੈਂ ਕਿਹੜਾ ਕਰਮ ਕਰਾਂ ਜਿਸ ਕਰਮ ਨਾਲ ਮੈਨੂੰ ਤੇਰੀ ਖੁਸ਼ੀ ਅਤੇ ਬਖਸ਼ਿਸ਼ ਨਸੀਬ ਹੋਵੇ। ਪਾਤਸ਼ਾਹ ਕਹਿੰਦੇ ਨੇ, ਨਾਨਕ ਹਾਰ ਪਰਿਓ ਸ਼ਰਨਾਗਤ। ਹੇ ਮੇਰੇ ਮਾਲਕ, ਮੈਨੂੰ ਸੋਝੀ ਨਹੀਂ ਵੀ ਉਹ ਕਿਹੜਾ ਕਰਮ ਹੈ ਜਿਹੜਾ ਤੇਰੇ ਦਰ ਤੱਕ ਮੈਨੂੰ ਲੈ ਕੇ ਆ ਸਕਦਾ ਹੈ। ਇਸ ਲਈ ਮੈਂ ਇੰਨਾ ਕਰ ਸਕਦਾ ਵੀ ਹਾਰ ਕੇ ਹੰਬ ਕੇ, ਆਪਣੀ ਚਤੁਰਾਈ ਦੀ ਬੁੱਧ ਦਾ ਤਿਆਗ ਕਰਕੇ, ਆਪਣੀ ਹਉਮੈ ਤੋਂ ਖਹਿੜਾ ਛੁਡਾ ਕੇ ਮੈਂ ਤੇਰੇ ਅੱਗੇ, ਤੇਰੀ ਸ਼ਰਨ ਵਿੱਚ, ਤੇਰੇ ਦਰਬਾਰ ਵਿੱਚ ਸਮਰਪਿਤ ਹਾਂ, ਆਪਣਾ ਆਪ ਸਮਰਪਿਤ ਕਰਦਾ ਹਾਂ। ਅਭੈ ਦਾਨ ਪ੍ਰਭ ਦੀਜੈ। ਅਭੈ ਦਾ ਮਤਲਬ ਹੈ ਭੈ ਤੋਂ ਰਹਿਤ, ਜਿੱਥੇ ਕੋਈ ਸਹਿਮ ਨਹੀਂ, ਕੋਈ ਡਰ ਨਹੀਂ। ਐਸੀ ਨਿਰਭਉ ਅਵਸਥਾ ਦਾ ਦਾਨ ਹੀ ਮੇਰੇ ਪ੍ਰਭੂ ਮੈਨੂੰ ਬਖਸ਼ਿਸ਼ ਕਰੋ। ਉਹ ਨਿਰਭਉ ਅਵਸਥਾ ਜਿਹੜੀ ਆਤਮਕ ਮੌਤ ਦੇ ਡਰ ਤੋਂ ਰਹਿਤ ਕਰ ਦੇਵੇ, ਅੰਦਰ ਦਾ ਸਹਿਮ ਮੁਕਾ ਦੇਵੇ,
ਜਿਸ ਨੂੰ ਸਾਹਿਬ ਨੇ ਬਾਣੀ ਵਿੱਚ ਫਰਮਾਇਆ ਵੀ ਉਹ ਕਿਵੇਂ ਮਿਲ ਸਕਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਤਿਗੁਰੂ ਰਹਿਮਤ ਕਰਨ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਦਾਤਾਰ ਵਾਹਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।